ਇਹ ਕਹਾਣੀ ਉਸ ਭਰਾ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਨਾਲ ਇਹ ਘਟਨਾ ਘਟੀ ਹੈ। ਜਿਵੇਂ ਹੀ ਮੇਰੀ 12ਵੀਂ ਦੀ ਪੜ੍ਹਾਈ ਖਤਮ ਹੋਈ ਤਾਂ ਮੇਰੇ ਪਰਿਵਾਰ ਵੱਲੋਂ ਕਿਹਾ ਜਾਣ ਲੱਗਾ ਕਿ ਹੁਣ ਮੁੰਡਾ ਗੱਭਰੂ ਹੋ ਚੁੱਕਾ ਹੈ, ਤੇਰਾ ਵਿਆਹ ਕਰ ਦਿੰਨੇ ਹਾਂ। ਪਰ ਮੈਂ ਸਾਰਿਆਂ ਨੂੰ ਮਨਾ ਵੀ ਕੀਤਾ। ਮੈਂ ਅੱਗੇ ਦੀ ਪੜ੍ਹਾਈ ਵੀ ਕਰਨੀ ਆ, ਪਰ ਬਾਪੂ ਨੇ ਕਿਹਾ ਕਿ ਸੁੱਖ ਨਾਲ 50 ਕਿੱਲਿਆਂ ਦਾ ਮਾਲਕ ਆ ਤੂੰ, ਤੈਨੂੰ ਪੜ੍ਹਾਈ ਕਰਕੇ ਕਿਹੜਾ ਕੋਈ ਨੌਕਰੀ ਦਾ ਲਾਲਚ ਆ। ਘਰੇ ਬੈਠਾ ਮੌਜਾਂ ਕਰ, ਨਾਲੇ ਤੇਰੀ ਮਾਤਾ ਨੂੰ ਰੋਟੀ ਟੁੱਕ ਦਾ ਸੌਖਾ ਹੋ ਜੂ। ਕਰਦੇ ਕਰਾਉਂਦੇ ਮੇਰਾ ਰਿਸ਼ਤਾ ਵੇਖਿਆ ਗਿਆ। ਕੁੜੀ ਬਹੁਤ ਪੜ੍ਹੀ ਲਿਖੀ ਸੀ, ਪਰ ਹੈ ਸ਼ਹਿਰ ਦੀ ਸੀ। ਵਧੀਆ ਘਰੋਂ ਉਸਦਾ ਬਾਪੂ ਪੁਲਿਸ ਵਿੱਚ ਅਤੇ ਮਾਤਾ ਲੈਕਚਰਾਰ ਸੀ। ਕੁੱਲ ਮਿਲਾ ਕੇ ਵਧੀਆ ਫੈਮਿਲੀ ਸੀ। ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ, ਪਰ ਵਿਆਹ ਲਈ ਉਹਨਾਂ ਨੇ ਜਲਦੀ ਤੋਂ ਜਲਦੀ ਹੀ ਕਿਹਾ ਸੀ। 1 ਮਹੀਨੇ ਬਾਅਦ ਹੀ ਸਾਡਾ ਵਿਆਹ ਵੀ ਹੋ ਗਿਆ। ਵਿਆਹ ਦੇ ਕੁਝ ਮਹੀਨੇ ਤਾਂ ਸਹੀ ਲੰਘੇ, ਪਰ ਕੁਝ ਹੀ ਮਹੀਨਿਆਂ ਬਾਅਦ ਮੇਰੀ ਪਤਨੀ ਸਾਰਿਆਂ ਨਾਲ ਲੜਦੀ ਰਹਿੰਦੀ ਤੇ ਫੋਨ ਤੇ ਬਿਜ਼ੀ ਰਹਿੰਦੀ। ਮੈਨੂੰ ਐਦਾਂ ਤਾਂ ਪਤਾ ਸੀ ਕਿ ਉਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਹੈ, ਪਰ ਇਹ ਨਹੀਂ ਸੀ ਪਤਾ ਵੀ ਉਹ ਉਸ ਮੁੰਡੇ ਨੂੰ ਮਿਲਦੀ ਵੀ ਹੈ। ਇੱਕ ਦਿਨ ਅਸੀਂ ਜ਼ਮੀਨ ਦੇ ਕੁਝ ਮਸਲੇ ਵਿੱਚ ਸ਼ਹਿਰ ਜਾਣਾ ਸੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜਲਦੀ ਰੋਟੀ ਬਣਾ ਦੇ, ਅੱਜ ਅਸੀਂ ਸ਼ਹਿਰ ਜਾ ਆਉਣਾ ਹੈ, ਪਰ ਉਹ ਫਿਰ ਵੀ ਫੋਨ ਤੇ ਹੀ ਲੱਗੀ ਰਹੀ। ਮੁੱਕਦੀ ਗੱਲ, ਮੈਂ ਉਸ ਤੋਂ ਡਰਦਾ ਸੀ ਕਿ ਕਿਤੇ ਮੇਰਾ ਘਰ ਨਾ ਪੱਟਿਆ ਜਾਵੇ। ਮੈਂ ਡਰਦਾ ਕੁਝ ਨਾ ਬੋਲਦਾ ਆਪਣੀ ਪਤਨੀ ਮੂਹਰੇ, ਪਰ ਜਦੋਂ ਮੈਂ ਗੁੱਸੇ ਨਾਲ ਕਿਹਾ ਕਿ ਮੈਂ ਤੇ ਬਾਪੂ ਨੇ ਜ਼ਰੂਰੀ ਕੰਮ ਜਾਣਾ ਹੈ, ਤੂੰ ਰੋਟੀ ਬਣਾ ਦੇ, ਉਸਨੇ ਮੈਨੂੰ ਉਲਟਾ ਜਵਾਬ ਦਿੱਤਾ ਕਿ ਮੇਰੇ ਤੋਂ ਨਹੀਂ ਪੱਕਦੇ ਤੁਹਾਡੇ ਲੰਗਰ, ਪੈਸਾ ਤਾਂ ਤੁਹਾਡੇ ਅੱਗ ਲਾਇਆ ਨਹੀਂ ਲੱਗਦਾ, ਕੋਈ ਕੰਮ ਵਾਲੀ ਰੱਖ ਲਓ। ਮੈਂ ਕੁਝ ਬੋਲ ਹੀ ਨਾ ਪਾਇਆ ਤੇ ਭੁੱਖਾ ਹੀ ਚੱਲ ਗਿਆ। ਜਦੋਂ ਸ਼ਾਮ ਨੂੰ ਮੈਂ ਘਰ ਆਇਆ ਤਾਂ ਵੇਖਿਆ ਕਿ ਮੇਰੀ ਪਤਨੀ ਖਾਣ ਨੂੰ ਕੁਝ ਬਣਾ ਰਹੀ ਸੀ। ਜਿਵੇਂ ਹੀ ਮੈਂ ਆਰਾਮ ਕਰਨ ਲਈ ਕਮਰੇ ਵਿੱਚ ਗਿਆ ਤਾਂ ਵੇਖਿਆ ਬੈੱਡ ਦੀ ਸੇਜ ਉੱਪਰ ਕੁਝ ਗੋਲੀਆਂ ਪਈਆਂ ਸੀ। ਜਦੋਂ ਮੈਂ ਵੇਖਿਆ ਤਾਂ ਉਹ ਨੀਂਦ ਦੀਆਂ ਗੋਲੀਆਂ ਸੀ। ਮੈਂ ਸੋਚਿਆ, ਨੀਂਦ ਵਾਲੀਆਂ ਗੋਲੀਆਂ ਤਾਂ ਸਾਡੇ ਘਰ ਕੋਈ ਖਾਂਦਾ ਹੀ ਨਹੀਂ, ਫਿਰ ਇਹ ਇੱਥੇ ਕਿਵੇਂ? ਮੈਂ ਕੁਝ ਸੋਚਿਆ ਅਤੇ ਸਾਰੀ ਕਹਾਣੀ ਸਮਝ ਗਿਆ, ਪਰ ਮੈਨੂੰ ਫਿਰ ਵੀ ਯਕੀਨ ਨਹੀਂ ਆਇਆ। ਮੈਂ ਇੱਦਾਂ ਹੀ ਸਾਰੀਆਂ ਗੋਲੀਆਂ ਰੱਖ ਬਾਹਰ ਨੂੰ ਆ ਗਿਆ। ਮੈਂ ਸੋਚਿਆ ਕਿ ਅੱਜ ਆਪਣੀ ਪਤਨੀ 'ਤੇ ਧਿਆਨ ਰੱਖਦਾ ਹਾਂ, ਫਿਰ ਹੀ ਸਾਰੀ ਗੱਲ ਪਤਾ ਲੱਗੂ। ਜਿਵੇਂ ਹੀ ਮੇਰੀ ਪਤਨੀ ਰਸੋਈ ਵਿੱਚ ਰਾਤ ਦੀ ਰੋਟੀ ਤੇ ਸਬਜ਼ੀ ਬਣਾਉਣ ਗਈ, ਮੈਂ ਵੇਖਿਆ ਕਿ ਪਤਨੀ ਨੇ ਨਾ ਤਾਂ ਸਬਜ਼ੀ ਵਿੱਚੋਂ ਗੋਲੀਆਂ ਪਾਈਆਂ, ਨਾ ਹੀ ਰੋਟੀ ਵਿੱਚ। ਰਾਤ ਦੀ ਰੋਟੀ ਸਾਰੇ ਟੱਬਰ ਨੇ ਖਾ ਲਈ ਅਤੇ ਫਿਰ ਜਿਵੇਂ ਹੀ ਮੇਰੀ ਪਤਨੀ ਦੁੱਧ ਗਰਮ ਕਰਨ ਗਈ ਤਾਂ ਉਸਨੇ ਸਾਰੀਆਂ ਗੋਲੀਆਂ ਦੁੱਧ ਵਿੱਚ ਪਾ ਦਿੱਤੀਆਂ ਤੇ ਸਾਰਿਆਂ ਨੂੰ ਦੁੱਧ ਪਿਆ ਦਿੱਤਾ। ਪਰ ਮੈਂ ਉਹ ਦੁੱਧ ਨਹੀਂ ਪੀਤਾ, ਕਿਉਂਕਿ ਮੈਂ ਵੀ ਵੇਖਣਾ ਚਾਹੁੰਦਾ ਸੀ ਕਿ ਆਖਰ ਗੱਲ ਕੀ ਹੈ। ਜਿਵੇਂ ਹੀ ਟਾਈਮ ਪੀਸ ਤੇ ਸੂਈ 12 ਤੇ ਗਈ ਤਾਂ ਮੇਰੀ ਪਤਨੀ ਉੱਠੀ ਤੇ ਕਮਰੇ ਵਿੱਚ ਆਈ। ਮੈਂ ਵੀ ਉਸ ਦਾ ਪਿੱਛਾ ਹੀ ਕਰ ਰਿਹਾ ਸੀ। ਚੋਰੀ ਚੋਰੀ ਮੇਰੀ ਪਤਨੀ ਨੇ ਪਹਿਲਾਂ ਤਾਂ ਚਾਰੇ ਪਾਸੇ ਵੇਖਿਆ ਤੇ ਫਿਰ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਪ੍ਰੇਮੀ ਨੂੰ ਅੰਦਰ ਆਉਣ ਲਈ ਕਿਹਾ, ਪਰ ਉਹਨਾਂ ਦੇ ਕੁਝ ਕਰਨ ਤੋਂ ਪਹਿਲਾਂ ਹੀ ਮੈਂ ਸਾਰੇ ਘਰ ਦੀਆਂ ਲਾਈਟਾਂ ਜਗਾ ਦਿੱਤੀਆਂ। ਉਹਨਾਂ ਨੂੰ ਰੰਗੀ ਹੱਥੀਂ ਫੜ ਲਿਆ ਤੇ ਆਪਣੀ ਸਾਰੀ ਫੈਮਿਲੀ ਨੂੰ ਇਕੱਠਾ ਕਰਕੇ ਆਪਣੀ ਪਤਨੀ ਦੀਆਂ ਕਰਤੂਤਾਂ ਬਾਰੇ ਦੱਸਿਆ। ਅਗਲੀ ਕਹਾਣੀ ਤੇ ਫਿਰ ਮਿਲਾਂਗੇ। ਧੰਨਵਾਦ ਜੀ।